ਅੱਜ ਆਪਾਂ ਇੱਕ ਨਵਾਂ ਲੈਸਨ ਸ਼ੁਰੂ ਕਰਨ ਲੱਗੇ ਹਾਂ, ਪ੍ਰਿੰਸੀਪਲ ਆਫ ਮੈਥਮੈਟੀਕਲ ਇੰਡਕਸ਼ਨ। ਪ੍ਰਿੰਸੀਪਲ ਆਫ ਮੈਥਮੈਟੀਕਲ ਇੰਡਕਸ਼ਨ ਕੀ ਚੀਜ਼ ਹੈ, ਆਓ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। There are certain results of statements that are formulated in terms of n, where n is a positive integer। ਕੁਝ ਰਿਜ਼ਲਟਸ ਜਾਂ ਸਟੇਟਮੈਂਟਸ ਹੁੰਦੇ, ਮੈਥਮੈਟੀਕਲ ਰਿਜ਼ਲਟਸ ਜਾਂ ਸਟੇਟਮੈਂਟਸ ਜਿਹੜੇ n ਦੀਆਂ ਟਰਮਸ ਦੇ ਵਿੱਚ ਹੁੰਦੇ ਨੇ, ਜਿੱਥੇ ਕਿ n ਇੱਕ ਪੋਜ਼ਿਟਿਵ ਇੰਟੀਜਰ ਹੈ। ਟੂ ਪ੍ਰੂਵ ਸਚ ਸਟੇਟਮੈਂਟਸ the well suited principle that is used based on a specific technique is known as principle of mathematical। ਇਹਨਾਂ ਨੂੰ ਪ੍ਰੂਵ ਕਰਨ ਵਾਸਤੇ ਸਟੇਟਮੈਂਟਸ ਨੂੰ ਅਸੀਂ ਇੱਕ ਟੈਕਨੀਕ ਯੂਜ਼ ਕਰਦੇ ਹਾਂ ਜਿਹਨੂੰ ਪ੍ਰਿੰਸੀਪਲ ਆਫ ਮੈਥਮੈਟੀਕਲ ਇੰਡਕਸ਼ਨ ਕਹਿੰਦੇ ਹਾਂ। ਠੀਕ ਹੈ ਜੀ, ਤਾਂ ਇਹਦੇ 3 ਸਟੈਪ ਹੁੰਦੇ ਆ ਪ੍ਰਿੰਸੀਪਲ ਆਫ ਮੈਥਮੈਟੀਕਲ ਇੰਡਕਸ਼ਨ ਦੇ। ਕੋਈ ਵੀ ਸਟੇਟਮੈਂਟ ਹੈ ਜਿਹੜੀ n ਦੇ ਟਰਮਸ ਦੇ ਵਿੱਚ ਸਾਨੂੰ ਦਿੱਤੀ ਹੋਈ ਹੈ, ਅਸੀਂ ਉਹਨੂੰ ਨਾਂ ਦੇ ਦਿੰਦੇ ਹਾਂ ਪੀ ਐਨ ਨਾਂ ਦੇ ਦਿੰਦੇ। ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲ ਪੈਂਦੇ, ਸਾਨੂੰ ਇੱਕ ਸਟੇਟਮੈਂਟ ਦਿੱਤੀ ਹੈ 1 + 2 + 3 + 4 + n = n × n + 1/2। ਤਾਂ ਇਹ ਕੀ ਹੈ, n ਨੈਚੁਰਲ ਨੰਬਰਸ ਦਾ ਸਮ = n × n + 1/2। ਠੀਕ ਹੈ, ਇਹ ਸਾਡੀ ਇੱਕ ਸਟੇਟਮੈਂਟ ਹੈ, ਇਹਨੂੰ ਅਸੀਂ ਨਾਂ ਦੇਤਾ ਪੀ ਐਨ। ਤਾਂ ਇੱਥੇ ਅਸੀਂ ਪੀ ਐਨ ਦੇ ਨਾਲ ਇਹਨੂੰ ਲਿਖ ਲੈਂਦੇ ਹਾਂ 1 + 2 + 3 + 4 = n = n × n + 1/2। ਤਾਂ ਇਹਦੇ 'ਚ 3 ਸਟੈਪ ਹੁੰਦੇ। ਪਹਿਲਾ ਸਟੈਪ ਸਾਡਾ ਹੋਏਗਾ ਸਟੈਪ 1। ਸਟੈਪ 1 'ਚ ਅਸੀਂ ਪ੍ਰੂਵ ਕਰਾਂਗੇ ਟੂ ਪ੍ਰੂਵ P1 is true। P1 true ਹੈ, Pn ਸਾਨੂੰ ਗਿਵਨ ਹੈ, ਅਸੀਂ ਪ੍ਰੂਵ ਕਰਨਾ P1 is true। Pn ਦੇ ਵਿੱਚ ਤੁਸੀਂ ਦੇਖੋ ਕੀ ਹੈ, ਧਿਆਨ ਨਾਲ। ਇਹਦੇ 'ਚ ਇੱਧਰਲੇ ਪਾਸੇ ਆਹ ਸਮ ਵਾਲਾ ਜਿਹੜੇ ਕੁਐਸਚਨਸ ਆ ਸਾਰਿਆਂ ਦੇ ਵਿੱਚ ਇੱਦਾਂ ਹੀ ਹੁੰਦੇ ਆ। ਇਹਦੇ ਇੱਧਰਲੇ ਪਾਸੇ n ਟਰਮਸ ਦੇਖੋ 1 2 3 4 ਅਪ ਟੂ n ਹੈ ਨਾ। ਆ ਚੌਥਾ ਟਰਮ ਹੈ, ਤੀਸਰਾ ਆ nਵਾਂ ਟਰਮ। ਤਾਂ n ਟਰਮਸ ਨੇ ਟੋਟਲ। ਤੇ P1 ਦਾ ਮਤਲਬ ਹੋਏਗਾ ਅਸੀਂ ਇੱਧਰੋਂ 1 ਟਰਮ ਲੈਣਾ, ਪਹਿਲਾ ਟਰਮ ਲੈਫਟ ਹੈਂਡ ਸਾਈਡ ਤੋਂ, ਤਾਂ ਅਸੀਂ ਫਸਟ ਟਰਮ ਲੈ = ਰਾਈਟ ਹੈਂਡ ਸਾਈਡ ਤੇ n ਦੀ ਵੈਲਿਊ 1 ਪੁੱਟ ਕਰ ਦਿਓ। ਠੀਕ ਹੈ, ਤਾਂ ਅਸਲ 'ਚ ਤਾਂ ਇੱਧਰ ਵੀ 1 ਦੀ n ਦੀ ਵੈਲਿਊ 1 ਨਹੀਂ ਪੁੱਟ ਕਰ ਰਹੇ, ਕਿਉਂਕਿ n ਤੱਕ ਜੋੜ ਕਰਨ ਨੂੰ ਕਿਹਾ ਸੀ ਸਾਨੂੰ। ਤੇ ਜਦੋਂ ਇੱਥੇ 1 ਪੁੱਟ ਅਸੀਂ P1 ਕਹਿ ਰਹੇ ਹਾਂ, ਤਾਂ ਇਹਦਾ ਮਤਲਬ 1 ਤੱਕ ਹੀ ਜੋੜ ਕਰਨਾ ਸੀ। 1 ਤੱਕ ਜੋੜ ਕੇ ਹੋਏਗਾ 1 ਹੀ ਹੋਏਗਾ ਫਸਟ ਟਰਮ। ਠੀਕ ਹੈ ਕਿ, ਤੇ n ਦੀ ਵੈਲਿਊ ਇੱਥੇ 1 ਭਰ ਦੀ n 1 × 1 + 1 n ਦੀ ਥਾਂ 'ਤੇ 1 ਭਰੇਗਾ ਅਪੋਨ 2। ਤਾਂ 1 = ਆ ਹੋ ਜਾਏਗਾ 1 × 1 + 1 ਕਿੰਨਾ ਹੁੰਦਾ 2 / 2। 2 ਨਾਲ 2 ਕੈਂਸਲ ਹੋ ਗਿਆ, ਤਾਂ ਕੀ ਆ ਗਿਆ 1 = 1। ਇਹਦਾ ਮਤਲਬ ਹੋ ਗਿਆ ਜੇ ਲੈਫਟ ਹੈਂਡ ਰਾਈਟ ਹੈਂਡ ਸਾਈਡ ਇਕੁਅਲ ਆ ਗਈ, ਇਟ ਮੀਨਸ P1 is true। ਇਹਦਾ ਮਤਲਬ ਹੋ ਜਾਏਗਾ P1 is true। ਚਲੋ, ਇਹ ਤਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਪਹਿਲਾਂ, ਫਿਰ ਆਪਾਂ ਅੱਗੇ ਚੱਲਦੇ ਹਾਂ। ਇਹਦਾ P1 ਸੀ, ਜੇ ਤੁਹਾਨੂੰ ਕੋਈ ਕਹੇ ਵੀ P3 ਪ੍ਰੂਵ ਕਰੋ, ਪ੍ਰੂਵ ਦੈਟ P3 is true। P3 ਦਾ ਮਤਲਬ ਹੋਏਗਾ ਲੈਫਟ ਹੈਂਡ ਸਾਈਡ ਤੇ 3 ਟਰਮਸ ਦਾ ਜੋੜ, ਯਾਨੀ 1 + 2 + 3। ਤੇ ਰਾਈਟ ਹੈਂਡ ਸਾਈਡ ਤੇ n ਦੀ ਵੈਲਿਊ 3 ਪੁੱਟ ਕਰਨੀ ਹੈ, 3 × 3 + 1/2। ਤੇ 1 ਇਹ ਕਿੰਨੇ ਹੋ ਗਏ 6 ਹੋ ਗਏ। ਇੱਧਰ 3 × 4/2 ਆ ਜਾਊਗਾ, ਇਹ 2 ਨਾਲ ਕੈਂਸਲ ਹੋ ਜਾਊਗਾ, 6 × 2 ਤਾਂ ਹੋ ਗਿਆ ਪ੍ਰੂਵ P3। ਤਾਂ ਇਸ ਤਰੀਕੇ ਨਾਲ ਕੁਝ ਵੀ ਤੁਹਾਨੂੰ ਪ੍ਰੂਵ ਕਰਨ ਨੂੰ ਕਹੇ, ਤੁਸੀਂ ਉਹ ਚੈੱਕ ਕਰਨਾ P1 ਦਾ ਕੀ ਮਤਲਬ ਹੈ, Pn ਦਾ ਕੀ ਮਤਲਬ ਹੈ। ਪਹਿਲਾਂ ਤਾਂ Pn ਹੈਗਾ ਇੱਧਰਲੇ ਪਾਸੇ n ਟਰਮਸ ਹੈ ਜੋ ਆਹ ਉਹਦੀ ਵੈਲਿਊ। ਠੀਕ ਹੈ ਕਿ, ਜੇ P1 ਕਹਿ ਤਾਂ ਇਟ ਮੀਨਸ ਅਸੀਂ 1 ਟਰਮ ਲੈਣਾ। ਜੇ ਸਾਨੂੰ ਕੋਈ ਕਹੇ P2 ਤਾਂ ਲੈਫਟ ਹੈਂਡ ਸਾਈਡ 'ਤੇ ਅਸੀਂ 2 ਟਰਮ, ਜੇ ਕਹੇ P3 ਤਾਂ ਲੈਫਟ ਹੈਂਡ ਸਾਈਡ 'ਤੇ 3 ਟਰਮ। ਤੇ ਰਾਈਟ ਹੈਂਡ ਸਾਈਡ ਦੇ ਵਿੱਚ n ਦੀ ਥਾਂ 'ਤੇ ਵੈਲਿਊ ਪੁੱਟ ਕਰ ਦੇਣੀ ਹੈ
जिन्नी भी है, जो 1 है तो 1 पुट करते हैं, 2 है तो 2, 3 है तो 3। ठीक है जी। सो आ साडा नहीं, आ स्टैप 1 हो गया। स्टैप 2 की होएगा साडा? स्टैप 2 दे विच ऐसे लेट करांगे, लेट पी के इज ट्रू, पी के इज ट्रू। पी के की होएगा हुण एच की सीगा, पी एन दे विच इधरले पासे एन टर्म्स का जोड़ सीगा, एन नैचुरल नंबर का जोड़ सी। पी के च की होएगा लैफ्ट हैंड साइड ते के टर्म्स का, के नंबर का जोड़ होगा, के नैचुरल नंबर ते राइट हैंड साइड ते एन दी थां ते असीं के पुट करने के प्लस 1 बाई 2। ठीक है जी। पी एन नूं देख के बना लेना, पी एन नूं देख के पी के दा फॉर्मेशन कर लेना, बना लेना। ऐसे मान लिया भी ये ट्रू है, आ ਅਸੀਂ प्रूव करता सी P1 ट्रू है। ਹੁਣ ਅਸੀਂ ਸੈਕੰਡ ਸਟੈਪ ਦੇ ਵਿੱਚ ਲੈਟ ਕਰਨਾ ਵੀ PK ट्रू है। PK ट्रू है ਦਾ ਮਤਲਬ ਇਹਦੀ ਲੈਫਟ ਆ ਚੀਜ਼ ट्रू है, ਮੈਂ ਸੇ ਰਿਜ਼ਲਟ ਬਣਨਾ। ਹੁਣ ਸਟੈਪ 3, ਸਟੈਪ 3 ਚ ਕੀ ਕਰਨਾ, ਅਸੀਂ ਪ੍ਰੂਵ ਕਰਨਾ, ਟੂ ਪ੍ਰੂਵ PK plus 1 is true। ऐसे प्रूव करना है PK plus 1 ਜਿਹੜਾ ਹੈਗਾ ट्रू। PK plus 1 ਦਾ ਕੀ ਮਤਲਬ ਹੋਏਗਾ, ਕੀ ਪ੍ਰੂਵ ਕਰਨਾ ਇਹਦਾ ਮਤਲਬ, ਇਹਦਾ ਮਤਲਬ ਅਸੀਂ ਆਹ ਪ੍ਰੂਵ ਕਰਨਾ ਵੀ ਲੈਫਟ ਹੈਂਡ ਸਾਈਡ ਦੇ ਵਿੱਚ K plus 1 ਟਰਮ, K ਦੀ ਥਾਂ ਤੇ K plus K ਮਾ ਟਰਮ ਵੀ ਲਿਖ ਲਓ, ਉਸ ਤੋਂ ਨੈਕਸਟ ਟਰਮ ਵੀ ਲਿਖ ਲਓ। ਜਿਵੇਂ ਐਨ ਦੇ ਵਿੱਚ ਲੈਫਟ ਹੈਂਡ ਸਾਈਡ ਦੇ ਵਿੱਚ ਐਨ ਟਰਮ ਸੀਗਾ, ਕੇ ਦੇ ਵਿੱਚ ਲੈਫਟ ਹੈਂਡ ਸਾਈਡ ਦੇ ਵਿੱਚ ਕੇ ਟਰਮ, ਤੇ PK plus 1 ਚ ਕੀ ਹੋਏਗਾ, ਕੇ ਇਹ ਕੇ ਪਲੱਸ 1 ਟਰਮ ਹੋਣਗੇ, ਯਾਨੀ ਇੱਥੇ ਕੇ ਤੱਕ ਤਾਂ ਆਹੀ ਆ ਜਾਣਗੇ, ਇੱਕ ਟਰਮ ਹੋਣੀ। ਠੀਕ ਹੈ, ਇਕੁਅਲਸ ਟੂ ਰਾਈਟ ਹੈਂਡ ਸਾਈਡ ਤੇ ਵੀ ਐਨ ਦੀ ਥਾਂ ਤੇ ਅਸੀਂ ਕੀ ਪੁੱਟ ਕਰਾਂਗੇ, ਕੇ ਪਲੱਸ 1, ਤਾਂ ਐਨ ਦੀ ਥਾਂ ਤੇ ਕੇ ਪਲੱਸ 1, ਜਾਂ ਇੱਥੇ ਕੇ ਦੀ ਥਾਂ ਤੇ ਕਹਿ ਲਓ ਕੇ ਪਲੱਸ 1 ਪੁੱਟ ਕਰਨੀ ਕੋਈ ਗੱਲ, ਤਾਂ ਕੇ ਪਲੱਸ 1 ਹੋ ਜਾਏਗਾ ਐਨ ਦੀ ਥਾਂ ਤੇ। ਇੱਥੇ ਵੀ ਅਸੀਂ ਕੇ ਪਲੱਸ 1 ਪੁੱਟ ਕਰਾਂਗੇ, ਕੇ ਪਲੱਸ 1 ਪਲੱਸ 1 ਹੋ ਜਾਊਗਾ, ਇਹ ਹੋ ਜਾਊਗਾ ਇਸ ਤਰ੍ਹਾਂ, ਕੇ ਪਲੱਸ 1 ਪਲੱਸ 1 ਡਿਵਾਈਡਡ ਬਾਏ 2, ਤਾਂ ਇਹ ਕੀ ਬਣ ਗਿਆ 1 plus 2 plus 3 ਅਪ ਟੂ ਕੇ, ਫਿਰ ਆ ਜਾਊਗਾ ਕੇ ਪਲੱਸ 1 ਇਕੁਅਲਸ ਟੂ, ਇੱਥੇ ਆ ਜਾਊਗਾ ਕੇ ਪਲੱਸ 1 ਹੈਗਾ ਹੀ ਹੈ ਫਸਟ ਬ੍ਰੈਕਟ ਦੇ ਵਿੱਚ। ਸੈਕੰਡ ਬ੍ਰੈਕਟ 'ਚ ਕੇ ਪਲੱਸ 1 ਪਲੱਸ 1 ਕੀ ਹੋ ਜਾਊਗਾ, ਕੇ ਪਲੱਸ 2 ਡਿਵਾਈਡਡ ਬਾਈ 2, ਤਾਂ ਇਕੁਅਲਸ ਟੂ। ਹੁਣ ਇਹਦੀ ਸਾਨੂੰ ਵੈਲਿਊ ਪਤਾ, ਇਹਦਾ ਅਸੀਂ ਯੂਜ਼ ਕਰਾਂਗੇ ਆ ਉੱਪਰ ਜਿਹੜੀ ਫਸਟ ਸੈਕੰਡ ਸਟੈਪ ਦੇ ਵਿੱਚ ਅਸੀਂ ਲੈਟ ਕਰਕੇ ਆਏ ਹਾਂ ਵੀ ਇਹ ਟਰੂ ਐ, ਅਸੀਂ ਮੰਨਿਆ ਸੀ ਫਸਟ ਇਹਨੂੰ ਰਿਜ਼ਲਟ ਦਿੱਤਾ ਸੀ, ਇੱਥੋਂ ਤੱਕ ਦੀ ਵੈਲਿਊ ਸੀ ਕੇ ਟਰਮ ਤੱਕ ਦੀ, ਇੱਕ ਟਰਮ ਅਸੀਂ ਹੋਰ ਐਡ ਕਰਿਆ ਇਹਦੇ ਵਿੱਚ, ਤਾਂ ਇਹਦੀ ਵੈਲਿਊ ਸਾਨੂੰ ਪਤਾ ਕੀ ਹੈ, ਕੇ ਇੰਟੂ ਕੇ ਪਲੱਸ 1 ਬਾਈ 2, ਅਤੇ ਉਸ ਤੋਂ ਬਾਅਦ ਸਾਡੇ ਕੋਲ ਕੇ ਪਲੱਸ 1 ਇਕੁਅਲਸ ਟੂ, ਆਪਾਂ ਪ੍ਰੂਵ ਕਰਨਾ, ਆਪਾਂ ਇੱਥੇ ਲੈਫਟ ਹੈਂਡ ਸਾਈਡ ਲੈ ਕੇ ਚੱਲਾਂਗੇ, ਲੈਫਟ ਹੈਂਡ ਸਾਈਡ ਆਹ ਚੀਜ਼ ਅਸੀਂ ਪ੍ਰੂਵ ਕਰਨੀ ਸੀ ਵੀ ਲੈਫਟ ਹੈਂਡ ਸਾਈਡ ਲੈ ਕੇ ਸ਼ੁਰੂ ਕਰਨੀ ਹੈ। ਠੀਕ ਹੈ ਜੀ, ਪ੍ਰੂਵ ਕਰਦੇ ਹਾਂ ਵੀ ਆਹ ਇਹਨਾਂ ਦੋਵਾਂ ਦਾ ਸੰਗ ਦੇ ਇਕੁਅਲ ਆਏਗਾ, ਤਾਂ ਉਹਦੇ ਲਈ ਕੀ ਕਰਾਂਗੇ, ਲੈਫਟ ਹੈਂਡ ਸਾਈਡ ਤੋਂ ਸ਼ੁਰੂ ਕਰਾਂਗੇ। ਲੈਫਟ ਹੈਂਡ ਸਾਈਡ ਦੇ ਵਿੱਚ ਇੰਨਿਆਂ ਦਾ ਸਾਨੂੰ ਜੋੜ ਪਤਾ ਹੈ, ਅਤੇ ਆਹ ਇਹਦੇ ਨਾਲ ਜੋੜ ਪਿਆ ਸੀ। ਠੀਕ ਹੈ ਨਾ, ਆਹ ਅਸੀਂ ਇਕੁਅਲ ਸਾਈਨ ਇੱਕ ਵਾਰੀ ਛੱਡ, ਤਾਂ ਲੈਫਟ ਹੈਂਡ ਸਾਈਡ ਨੂੰ ਪ੍ਰੂਵ ਕਰਨਾ, ਦੇਖੋ ਇਕੁਅਲ ਦੇ ਹੇਠਾਂ ਫਿਰ ਇਕੁਅਲ ਪਾਓ, ਇੱਥੇ ਹੁਣ ਕੇ ਪਲੱਸ 1 ਕੇ ਪਲੱਸ 1 ਦੋਵਾਂ ਟਰਮ ਦੇ ਵਿੱਚ ਹੈ, ਤਾਂ ਕੇ ਪਲੱਸ 1 ਅਸੀਂ ਲੈ ਲਾਂਗੇ ਪਾਵਾਂਗੇ, ਤਾਂ ਪਿੱਛੇ ਕੀ ਬਚ ਜਾਊਗਾ ਕੇ ਬਾਈ 2, ਅਤੇ ਇੱਥੇ 1 ਬਚ ਜਾਊਗਾ। ਇੱਥੋਂ ਆਹ ਚੀਜ਼ ਕਾਮਨ ਚਲੇਗੀ, ਇੱਧਰੋਂ ਵੀ ਆਹ ਕਾਮਨ ਚਲਾ ਗਿਆ, ਇੱਥੇ ਤਾਂ ਬਚਿਆ ਕੇ ਬਾਈ 2, ਅਤੇ ਇੱਥੇ ਇਹ ਸਾਰਾ ਕਾਮਨ ਚਲਾ ਗਿਆ ਤਾਂ ਬਚਿਆ 1, ਤਾਂ ਇਕੁਅਲ ਟੂ ਕੀ ਆ ਜਾਊਗਾ ਕੇ ਪਲੱਸ 1, ਇੱਥੇ ਐਲਸੀਐਮ ਲੈ ਲਓ 2, ਇਹ ਹੋ ਜਾਊਗਾ ਕੇ ਪਲੱਸ 2, ਤਾਂ ਦੇਖੋ ਕੀ ਬਣਿਆ ਫਿਰ, ਕੇ ਪਲੱਸ 1 ਬਾਹਰ ਹੈ, ਕੇ ਪਲੱਸ 2 ਹੋਰ ਆ ਗਿਆ ਨਾਲ ਡਿਵਾਈਡਡ 2, ਆਹੀ ਪ੍ਰੂਵ ਕਰਨਾ, ਦੇਖੋ ਆ ਗਿਆ ਇੱਥੇ। ਸੋ ਇਸ ਤਰੀਕੇ ਨਾਲ ਅਸੀਂ ਯੂਜ਼ ਕਰਨਾ ਹਮੇਸ਼ਾ ਹੀ ਇਸ ਜਿਹੜੇ ਸਾਡੇ ਆਹ ਵਾਲਾ ਜਿਹੜਾ ਪ੍ਰਿੰਸੀਪਲ ਆਫ ਮੈਥਮੈਟਿਕਲ ਇੰਡਕਸ਼ਨ ਹੈ, 3 ਇਹਦੇ ਸਟੈਪਸ ਨੇ। ਪਹਿਲਾ ਸਟੈਪ ਹੈ ਅਸੀਂ ਲੈਟ ਪ੍ਰੂਵ ਕਰਨਾ, ਫਸਟ ਸਟੈਪ ਦੇ ਵਿੱਚ P1 ਟਰੂ ਹੈ, P1 ਟਰੂ ਪ੍ਰੂਵ ਕਰਤਾ। ਸੈਕੰਡ ਸਟੈਪ ਦੇ ਵਿੱਚ ਅਸੀਂ ਲੈਟ ਕਰਨਾ PK ਇਜ਼ ਟਰੂ,
थर्ड स्टैप के विच असीं प्रूव करना पी के प्लस 1 इज टू। जे असीं ये चीज़ प्रूव करने च सफल हो गए ना चीज़ हो गई ना LHS इक्वल टू RHS आ गया। ਇਹਦਾ मतलब पी के प्लस 1 इज ट्रू। जे ये ट्रू है तो यदा मतलब होएगा पी एन इज ट्रू। पी एन इज ट्रू फॉर ऑल एन नेचुरल नंबर्स। जो भी उत्तर दिता होएगा क्वेश्चन के दिता होएगा। जे आ चीज़ असीं प्रूव करती भी ठीक है तो जे साडा मान लो फर्स्ट स्टैप भी प्रूव ना होया P1 नहीं ट्रू प्रूव ना होया तो फिर बाकी का स्टैप करने की जरूरत नहीं। पर जो फर्स्ट प्रूव हो गया तो बस सैकेंड में सिलेक्ट करना थर्ड में प्रूव कर। जो थर्ड भी प्रूव हो गया तो यह मतलब PN ट्रू होएगा फॉर ऑल n टू n। आओ हुण आपां करन समझण वास्ते एग्जाम्पल शुरू करते हैं इहदे नाल रिलेटेड क्वेश्चन। ये सब तो पहला साडे कोल एग्जाम्पल 1 ये एग्जाम्पल 1 फॉर ऑल n ग्रेटर दैन इक्वल टू 1 प्रूव दैट 1 स्क्वायर प्लस 2 स्क्वायर प्लस 3 स्क्वायर प्लस 4 स्क्वायर प्लस एंड सो ऑन अप टू n स्क्वायर इक्वल्स टू n इंटू n प्लस 1 इंटू 2n प्लस 1 बाय 6। ये चीज़ असीं प्रूव कर तो इनू प्रूव करने वास्ते इनू असीं PN ले लेंगे। सब तो पहला तो जिहड़ी भी स्टेटमेंट सानू दित्ती होएगी उसका नाम ले देंगे PN। PN की है 1 स्क्वायर प्लस 2 स्क्वायर प्लस 3 स्क्वायर प्लस 4 स्क्वायर अप टू n स्क्वायर इक्वल्स टू n इंटू n प्लस 1 इंटू 2n प्लस 1 अपॉन 6। आ चीज़ तो उस तरह स्टैप वाइज चलते हैं। पहला स्टैप की होंगे स्टैप 1 टू प्रूव P1 is true। P1 ट्रू प्रूव करना है यानी असी की प्रूव करना है यदा मतलब की प्रूव करना असी लैफ्ट हैंड साइड तो एक टर्म ले लीए तो राइट हैंड साइड दे विच n की थां ते 1 पुट कर दिए 1 प्लस 1 2 इंटू 1 प्लस 1 2n सी ना तो 2 इंटू 1 प्लस 1 हो गया अपॉन 6। हुण इहनूं देखो चैक करो कि यह ठीक हैगा। 1 का स्क्वायर कितना हुंदा 1। इत्थे देखो हुण की बनिया 1 आ ब्रैकेट की बन गया 1 प्लस 1 2 हो गया। आ हो गया 2 इंटू 1 2 प्लस 1 3 हो गया डिवाइडेड बाय 6। ये 6 इस नाल कट्टा जाएगा 2 आ गया 2 नाल 2 कट्टा जाएगा की आ गया इत्थे आ गया 1 इक्वल्स टू 1। ठीक है हुण ये दोनों इक्वल आ गए इसका मतलब की है यदा मतलब जो असी P1 है वो ट्रू है तो मतलब ट्रू हो गया कि P1 इज ट्रू। इस तरह करने के बजाय तुसीं इहनूं लैफ्ट हैंड साइड राइट हैंड साइड लैके भी कर सकते सी। लैफ्ट हैंड साइड की वैल्यू कढ़ लो वो आ जाऊगा 1 का स्क्वायर 1। फिर असीं राइट हैंड साइड की वैल्यू कढ़ लांगे राइट हैंड साइड की करांगे n की थां ते 1 पुट करांगे ठीक है ना 1 प्लस सारा आ करके बटा आ चीज़ जी असीं इधर लिख रहे हैं वो सारी इत्थे आएगी इक्वल इक्वल करके वैल्यू तो इस तरीके नाल भी कर सकते हैं तो इस तरीके नाल भी कर सकते हैं। इत्थे लिखना पएगा नाल P1 इज टू आ गया फिर तो इत्थे ट्रू लिखना पएगा तो जे ना आवे ट्रू तो फिर से फॉल्स लिख देंगे। फिर असीं सानूं पता चल जाएगा भी P1 ट्रू नहीं हैगा फॉल्स है। जे फॉल्स है तो फिर अगे वाले स्टैप करने की सानूं जरूरत नहीं P1 ही ट्रू है नहीं तो ठीक है कि नहीं। पर इदां दा किते नहीं आएगा सारे क्वेश्चन के P1 जो प्रूव करने कहा जा रहा तो यह सही होएगा तो स्टैप 1 भी ठीक आ जाएगा 2 भी। तुम स्टैप 1 तक कोई दिक्कत नहीं करना की है लैफ्ट हैंड साइड के तुहानूं n टर्म्स दिते होंगे वो फर्स्ट टर्म चुकना सिर्फ तो राइट हैंड साइड के n की थां ते 1 पुट करना तो चैक करना कि दोनों वैल्यूज़ बराबर आ गई। जे आ गई तो यदा मतलब P1 इज ट्रू ठीक है। यह हो गया साडा स्टैप 1। हुण देखो स्टैप 2। स्टैप 2 ਦੇ ਵਿੱਚ ਅਸੀਂ ਕੀ ਕਰਨਾ ਹੈ ਲੈਟ PK इज ट्रू ਮੰਨਣਾ ਹੈ ਵੀ PK ट्रू है तो PK ट्रू किमें होएगा PN ਦੇ ਵਿੱਚ n ਦੀ ਥਾਂ ਤੇ K ਲਿਖ ਲਓ ਬਸ ਹੋਰ ਕੀ ਹੈ ਆ 1 स्क्वायर प्लस 2 स्क्वायर प्लस 3 स्क्वायर प्लस 4 स्क्वायर अप टू n स्क्वायर ਹੁੰਦਾ ਸੀ ਇੱਥੇ K स्क्वायर तक है। इधर राइट हैंड साइड ਦੇ ਵਿੱਚ भी जिथे जिथे n है उत्थे K है
ਜੇ ਪੀ ਕੇ ਟਰੂ ਹੈ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਹੈ ਵੀ 1 ਦਾ ਸਕੁਆਇਰ ਪਲੱਸ 2 ਦਾ ਸਕੁਆਇਰ ਪਲੱਸ 3 ਦਾ ਸਕੁਆਇਰ ਪਲੱਸ 4 ਦਾ ਸਕੁਆਇਰ ਅਪ ਟੂ ਕੇ ਦਾ ਸਕੁਆਇਰ ਇਕੁਅਲ ਟੂ ਕਾਹਦੇ ਹੋਣਾ ਚਾਹੀਦਾ ਹੈ, ਕੇ ਇੰਟੂ ਕੇ ਪਲੱਸ 1 2k ਪਲੱਸ 1 ਬਾਈ 6 ਲੈ ਹੋਣਾ ਚਾਹੀਦਾ। ਇਹਨੂੰ ਅਸੀਂ ਮੰਨ ਲੈਣਾ ਰਿਜ਼ਲਟ 1, ਇਹਦਾ ਅਸੀਂ ਯੂਜ਼ ਕਰਨਾ ਨਾ ਨੈਕਸਟ ਸਟੈਪ ਦੇ ਵਿੱਚ, ਤਾਂ ਕਰਕੇ ਨੇ ਅਸੀਂ 1 ਲਿਖ ਲਿਆ। ਨੈਕਸਟ ਸਟੈਪ ਤੇ ਜਾਣ ਤੋਂ ਪਹਿਲਾਂ ਉਹ ਗੱਲ ਰੀਕਾਲ ਕਰੋ ਜਿਹੜੀ ਮੈਂ ਤੁਹਾਨੂੰ ਦੱਸੀ ਸੀ। ਕੀ ਦੱਸਿਆ ਸੀ ਤੁਹਾਨੂੰ ਵੀ ਇਹਦੇ ਵਿੱਚ ਹੁਣ ਦੇਖੋ ਲੈਫਟ ਹੈਂਡ ਸਾਈਡ ਦੇ ਵਿੱਚ ਕਿੰਨੇ ਟਰਮਸ ਹੋਣਗੇ, ਭਲਾ ਕੇ ਟਰਮਸ ਹੋਣਗੇ। ਆ ਪਹਿਲਾ ਟਰਮ ਹੈ, ਦੂਸਰਾ ਹੈ, ਤੀਸਰਾ ਹੈ, ਚੌਥਾ ਹੈ, ਤੇ ਕੇ ਹੈ, ਕਿੱਥੇ ਕੇ ਸਕੁਆਇਰ ਉਹ ਕੇ ਮਾ ਟਰਮ ਹੋਏਗਾ, ਤੇ ਰਾਈਟ ਹੈਂਡ ਸਾਈਡ ਦੇ ਵਿੱਚ ਆ ਵੈਲਿਊਜ਼ ਨੇ ਇਹਦੀਆਂ, ਇਹਦਾ ਆਨਸਰ ਆਹ ਹੈ। ਠੀਕ ਹੈ, ਹੁਣ ਅਸੀਂ ਇਹਦਾ ਯੂਜ਼ ਕਰਾਂਗੇ ਨੈਕਸਟ ਸਟੈਪ ਦੇ ਵਿੱਚ ਪ੍ਰੂਵ ਕਰਨਾ, ਤਾਂ ਖੁੱਲ੍ਹਾ ਜਿਹਾ ਤਾਂ ਕਰੀਏ ਆਪਾਂ। ਸਟੈਪ 3 ਆਪਾਂ ਇੱਥੇ ਕਰਨਾ। ਸਟੈਪ 3 ਇੰਪੋਰਟੈਂਟ ਹੈ, ऐसे प्रूव करना टू प्रूव पी के प्लस 1 इज ट्रू। पूरा इस तरह स्टैप वाइज बेटे करो क्वेश्चन, जिवें मैं तुहानूं करके दिखा रहा कॉपी दे विच तुसीं इसे तरीके नाल करो, फिर तुहानूं ठीक रहेगा, नहीं तो तुहानूं आप नूं ही कई थां ते कन्फ्यूजन हो जाता है। तो पी के प्लस 1 पहलां तो स्टेटमेंट लिखो पी के प्लस 1 किवें बनेगा, ਇਹਦੀ ਹੈਲਪ ਲਵਾਂਗੇ ਅਸੀਂ ਉੱਪਰ ਰਹਿ। ਤਾਂ ਇਹਦੇ 'ਚ ਦੇਖੋ ਕੇ ਪਲਸ 1 'ਚ ਕੀ ਆਏਗਾ, ਲੈਫਟ ਹੈਂਡ ਸਾਈਡ ਦੇ ਵਿੱਚ ਕੇ ਦੀ ਥਾਂ ਤੇ ਕੇ ਪਲਸ 1 ਟਰਮਸ ਹੋ ਜਾਣਗੇ। ਠੀਕ ਹੈ ਕਿ ਆ ਕੇ ਮਾ ਟਰਮ ਸੀਗਾ ਕੇ ਸਕੁਆਇਰ, ਇਸ ਤੋਂ ਬਾਅਦ ਕੀ ਆਉਣਾ ਚਾਹੀਦਾ ਅਗਲੇ ਟਰਮ ਕੇ ਪਲਸ 1 ਦਾ ਸਕੁਆਇਰ। ਇਹ ਕੇ ਪਲਸ 1 ਦਾ ਮਤਲਬ ਕਿ ਐਨ ਦੀ ਥਾਂ ਤੇ ਕੇ ਪਲਸ 1 ਪੁੱਟ ਕਰਨਾ। ਠੀਕ ਹੈ ਕਿ ਚਾਹੇ ਤਾਂ ਐਨ ਦੀ ਥਾਂ ਤੇ ਕੇ ਪਲਸ 1 ਪੁੱਟ ਕਰ ਦਿਓ, ਜਾਂ ਕੇ ਦੀ ਥਾਂ ਤੇ ਉਸਲੇ 'ਚ ਕੇ ਦੀ ਥਾਂ ਤੇ ਕੇ ਪਲਸ 1 ਪੁੱਟ ਕਰ ਦਿਓ, ਕਿਉਂਕਿ ਐਨ ਦੀ ਥਾਂ ਤੇ ਕੇ ਪੁੱਟ ਕਰਿਆ ਸੀ। ਤਾਂ ਚਾਹੇ ਤਾਂ ਕੇ ਦੀ ਥਾਂ ਤੇ ਕੇ ਪਲਸ 1 ਪੁੱਟ ਕਰ ਲਓ, ਚਾਹੇ ਜਿਹੜਾ ਅਸੀਂ ਆਹ ਇੱਥੇ ਐਨ ਲਿਖਿਆ ਐਨ ਦੀ ਥਾਂ ਤੇ ਕੇ ਪਲਸ 1 ਪੁੱਟ ਕਰ ਲਓ। ਤਾਂ ਰਾਈਟ ਹੈਂਡ ਸਾਈਡ ਦੇ ਵਿੱਚ ਹੁਣ ਅਸੀਂ ਲੈਫਟ ਹੈਂਡ ਸਾਈਡ ਦੇ ਵਿੱਚ ਕੇ ਪਲਸ 1 ਟਰਮ ਹੋ ਗਏ, ਕੇ ਟਰਮ ਤਾਂ ਪਹਿਲਾਂ ਹੀ ਆਹ ਹੈਗੇ ਆ, ਤੇ ਇੱਕ ਟਰਮ ਇਹਦੇ ਨਾਲ ਹੋਰ ਐਡ ਕਰਤਾ ਕੇ ਦੀ ਥਾਂ ਤੇ ਹੁਣ ਕੇ ਪਲਸ 1। ਇਹਨੂੰ ਇਸ ਟਰਮ ਨੂੰ ਕੱਢਣ ਵਾਸਤੇ ਥੋੜ੍ਹਾ ਜਿਹਾ ਦੇਖ ਲਿਆ ਕਰੋ, ਜਿੱਥੇ ਆ ਕੇ ਲਿਖਿਆ ਉਹਦੀ ਥਾਂ ਤੇ ਕੇ ਪਲਸ 1 ਲਿਖਦਾ ਕਰੋ, ਆਪਦੇ ਆਪ ਹੀ ਅਗਲਾ ਟਰਮ ਆ ਜਾਊਗਾ। ਠੀਕ ਹੈ, ਨੈਕਸਟ ਦੇਖੋ ਹੁਣ ਇਹਦੇ 'ਚ ਰਾਈਟ ਹੈਂਡ ਸਾਈਡ 'ਚ ਕੀ ਆਏਗਾ, ਜਿੱਥੇ ਜਿੱਥੇ ਕੇ ਉੱਥੇ ਕੇ ਪਲਸ 1 ਆਏਗਾ। ਤਾਂ ਕੇ ਸੀਗਾ ਇਹਦੀ ਥਾਂ ਤੇ ਆ ਗਿਆ ਕੇ ਪਲਸ 1, ਫਿਰ ਦੂਸਰੇ ਬ੍ਰੈਕਟ 'ਚ ਫਿਰ ਕੇ ਦੀ ਥਾਂ ਤੇ ਕੇ ਪਲਸ 1, ਤੇ ਕੇ ਪਲਸ 1 ਸੀਗਾ ਤਾਂ ਕੇ ਦੀ ਥਾਂ ਤੇ ਕੇ ਪਲਸ 1 ਆਇਆ, ਇੱਕ ਪਲਸ 1 ਉੱਤੇ ਹੈਗਾ ਉਹ ਹੈਗਾ ਹੀ। ਤੇ ਤੀਸਰਾ ਸਟੈਪ ਦੇਖੋ, ਤੀਸਰਾ ਜਿਹੜਾ ਬ੍ਰੈਕਟ ਉਹ 'ਚ ਕੀ ਆ, ਉਹ 'ਚ ਵੀ ਕੇ ਦੀ ਥਾਂ ਤੇ ਕੇ ਪਲਸ 1 ਲਿਖਾਂਗੇ, 2 ਇੰਟੂ ਕੇ ਸੀਗਾ, ਹੁਣ ਇਹ 2 ਇੰਟੂ ਕੇ ਪਲਸ 1 ਹੋ ਜਾਏਗਾ ਪਲਸ 1। ਇਹ ਛੋਟੀਆਂ ਛੋਟੀਆਂ ਗੱਲਾਂ ਧਿਆਨ ਰੱਖੋਗੇ ਤਾਂ ਫਿਰ ਤਾਂ ਮਿਸਟੇਕ ਨਹੀਂ ਹੋਏਗੀ, ਨਹੀਂ ਤਾਂ ਮਿਸਟੇਕ ਹੋ ਜਾਂਦੀ ਇਹਦੇ 'ਚ। ਠੀਕ ਹੈ, ਅਪੋਨ 6 ਹੈ, ਹੇਠਾਂ ਕੁਛ ਨਹੀਂ ਹੈਗਾ, ਹੇਠਾਂ ਕੇ ਹੈ ਨਹੀਂਗਾ, ਇੱਥੇ ਕਿਤੇ ਕੇ ਪਲਸ 1 ਲਿਖਣ ਦੀ ਸਾਨੂੰ ਜ਼ਰੂਰਤ ਨਹੀਂ, ਜਿੱਥੇ ਜਿੱਥੇ ਕੇ ਸੀ ਉੱਥੇ ਅਸੀਂ ਕੇ ਪਲਸ 1 ਲਿਖਣਾ ਸੀ। ਤਾਂ ਲੈਫਟ ਹੈਂਡ ਸਾਈਡ ਤਾਂ ਕੋਈ ਚੇਂਜ ਨਹੀਂ, ਰਾਈਟ ਨੂੰ ਥੋੜ੍ਹਾ ਜਿਹਾ ਠੀਕ ਕਰਕੇ ਲਿਖ ਲਈ ਅਸੀਂ। ਇਹ ਆ ਗਿਆ ਕੇ ਪਲਸ 1, ਦੂਸਰੇ ਬ੍ਰੈਕਟ 'ਚ ਕੀ ਆ ਜਾਊਗਾ ਕੇ ਪਲਸ 1 ਪਲਸ 1 ਯਾਨੀ ਕੇ ਪਲਸ 2 ਹੋ ਜਾਊਗਾ। ਤੀਸਰੇ ਬ੍ਰੈਕਟ 'ਚ ਕੀ ਹੋਏਗਾ 2k ਪਲਸ 2 ਪਲਸ 1 ਹੈ, ਤਾਂ ਇਹ 2k ਦਾ 2 ਦਾ k ਨਾਲ ਮਲਟੀਪਲਾਈ 2k ਹੋ ਜਾਊਗਾ, ਤੇ 2 ਦਾ 1 ਨਾਲ ਮਲਟੀਪਲੀਕੇਸ਼ਨ 2 ਹੋ ਜਾਏਗਾ, 2 ਦਾ 1 ਨਾਲ ਤੇ ਨਾਲ 1 ਜੁੜ ਜਾਏਗਾ, 2 ਤੇ 1 3 ਹੋ ਜਾਏਗਾ, ਤੇ ਅਪੋਨ 6 ਆ ਸਾਡਾ ਆ ਚੀਜ਼ ਅਸੀਂ ਪ੍ਰੂਵ ਕਰਨੀ ਹੈ। ਯਾਨੀ ਇਹਨੂੰ ਦੁਬਾਰਾ ਲਿਖ ਲਓ ਭਾਵੇਂ, ਇਹਦੇ 'ਚ ਦੋਵੇਂ ਟਰਮ ਲਿਖਿਆ ਕਰੋ, ਕੇ ਵਾਂ ਟਰਮ ਵੀ ਲਿਖੋ ਤੇ ਉਹ ਤੋਂ ਨੈਕਸਟ ਟਰਮ ਕੇ ਪਲਸ 1 ਦੋਵੇਂ ਟਰਮ ਲਿਖ ਲਈ ਜਾਂਦੇ। ਆਹ ਚੀਜ਼ ਅਸੀਂ ਪ੍ਰੂਵ ਕਰਨੀ ਆ, ਸਵਾਲ ਬਣ ਗਿਆ ਸਮਝ ਲਓ ਜਿਹਨੂੰ ਅਸੀਂ ਪ੍ਰੂਵ ਕਰਨਾ ਹੈ। ਆਹ ਸਵਾਲ ਹੈ ਸਾਡਾ, ਟੂ ਪ੍ਰੂਵ ਲਿਖਿਆ ਸੀ ਨਾ ਉੱਪਰ ਮੈਂ, ਟੂ ਪ੍ਰੂਵ, ਆਹ ਟੂ ਪ੍ਰੂਵ ਹੋ ਗਿਆ ਸਾਰਾ। ਇਹ ਚੀਜ਼ ਸਾਡਾ ਸਵਾਲ ਹੈ, ਹੁਣ ਇਹਨੂੰ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ। ਤੇ ਅਸੀਂ ਇਹਨੂੰ ਲੈਫਟ ਹੈਂਡ ਸਾਈਡ ਲੈ ਕੇ ਸ਼ੁਰੂ ਕਰਾਂਗੇ, ਤੇ ਆਹ ਚੀਜ਼ ਅਸੀਂ ਐਂਡ ਤੇ ਲਿਆਵਾਂਗੇ ਤਾਂ ਸਾਡਾ ਆਨਸਰ ਸਹੀ ਆਊਗਾ। ਤੇ ਫਿਰ ਜੇ ਸਹੀ ਆ ਗਿਆ ਤਾਂ ਸਮਝ ਲਓ ਫਿਰ ਸਾਡੀ ਜਿਹੜੀ ਹੈ ਉਹ ਆਹ ਸਟੇਟਮੈਂਟ ਹੈ ਜਿਹੜੀ ਸਹੀ ਹੈ, ਇਹੀ ਦੱਸਣਾ ਵੀ ਸਟੇਟਮੈਂਟ ਠੀਕ ਹੈ ਫॉर ਆਲ। ਆਹ ਚੀਜ਼ ਪ੍ਰੂਵ ਕਰਨੀ ਵੀ ਸਟੇਟਮੈਂਟ ਠੀਕ ਹੈ ਕਿ ਨਹੀਂ। ਠੀਕ ਹੈ, ਤਾਂ ਅਸੀਂ ਲੈਫਟ ਹੈਂਡ ਸਾਈਡ ਲੈ ਕੇ ਸ਼ੁਰੂ ਕਰਦੇ ਹਾਂ। LHS ਇਹ ਹੈਗਾ 1 ਸਕੁਆਇਰ ਪਲਸ 2 ਸਕੁਆਇਰ ਪਲਸ 3 ਸਕੁਆਇਰ ਪਲਸ ਐਂਡ ਸੋ ਔਨ ਅਪ ਟੂ ਪਹਿਲਾਂ ਤਾਂ k ਸਕੁਆਇਰ ਆਏਗਾ, ਫਿਰ k ਪਲਸ 1 ਦਾ ਸਕੁਆਇਰ ਆਏਗਾ। ਲੈਫਟ ਹੈਂਡ ਸਾਈਡ ਲਿਖੀਏ ਇਕੱਲੀ, ਹੁਣ ਇਹਦੇ 'ਚ ਰਾਈਟ ਹੈਂਡ ਸਾਈਡ ਨਹੀਂ ਲਿਖੀ, ਰਾਈਟ ਹੈਂਡ ਸਾਈਡ ਤਾਂ ਆਨਸਰ ਆਊਗਾ।
ਹੁਣ ਤੁਸੀਂ ਦੇਖੋ ਫਸਟ ਜਿਹੜਾ ਸਾਡਾ ਰਿਜ਼ਲਟ ਸੀ ਉਹਦੇ 'ਚ ਇਹਦੀ ਵੈਲਿਊ ਲਿਖੀ ਸੀ ਅਸੀਂ, ਜਿਹੜਾ ਉੱਪਰ ਰਿਜ਼ਲਟ 1 ਲਿਖਿਆ ਸੀ 1 ਸਕੁਆਇਰ ਪਲੱਸ 2 ਸਕੁਆਇਰ ਪਲੱਸ 3 ਸਕੁਆਇਰ ਅਪ ਟੂ k ਸਕੁਆਇਰ ਦਾ ਰਿਜ਼ਲਟ ਕੀ ਸੀਗਾ, ਕੀ ਵੈਲਿਊ ਸੀ ਇਹਦੀ k ਇੰਟੂ k ਪਲੱਸ 1 ਪਲੱਸ 2k ਇੰਟੂ 2k ਪਲੱਸ 1 ਬਾਈ 6 ਆ ਆਨਸਰ ਸੀਗਾ। ਤਾਂ 1 ਦਾ ਯੂਜ਼ ਕਰਕੇ ਇਹਦੀ ਥਾਂ ਤੇ ਉਹ ਲਿਖ ਲੈਣਾ ਸੀ। ਇੱਥੇ ਲਿਖਾਂਗੇ k ਪਲੱਸ 1 2k ਪਲੱਸ 1 ਅਪੋਨ 6 ਪਲੱਸ ਆ ਚੀਜ਼ ਐਕਸਟਰਾ ਹੈ ਇਹ ਨਾਲ ਲਿਖੋ k ਪਲੱਸ 1 ਦਾ ਸਕੁਆਇਰ, ਯਾਨੀ ਇੱਥੋਂ ਤੱਕ ਦੀ ਵੈਲਿਊ ਸਾਨੂੰ ਪਹਿਲਾਂ ਪਤਾ ਸੀ ਆ ਸਾਰੇ ਦੀ, ਇਹ ਵੈਲਿਊ ਅਸੀਂ ਉੱਥੋਂ ਦੇਖ ਕੇ ਲਿਖਤੀ ਫਸਟ ਰਿਜ਼ਲਟ ਤੋਂ, ਉਹ ਆ ਵੈਲਿਊ ਸੀ ਨਾਲ ਜੋ ਹੈਗਾ ਉਹ ਹੈਗਾ। ਹੁਣ ਦੋਵਾਂ 'ਚ ਦੇਖੋ k ਪਲੱਸ 1 ਕਾਮਨ ਹੈ, ਇਹਨੂੰ ਕਾਮਨ ਕੱਢ ਲਓ, ਬਾਅਦ ਜੇ ਚੀਜ਼ ਕਾਮਨ ਨਿਕਲਦੀ ਹੋਵੇ ਉਹ ਕੱਢ ਲਈਦੀ ਹੈ ਪਹਿਲਾਂ, ਅੰਦਰ ਸੌਖਾ ਹੋ ਜਾਊਗਾ ਦੇਖੋ। ਹੁਣ ਇੱਥੇ ਕੀ ਬਚੂਗਾ k ਇੰਟੂ 2k ਪਲੱਸ 1 ਬਚ ਗਿਆ ਇੱਥੇ ਤਾਂ ਅਪੋਨ 6 ਬਚ ਗਿਆ, ਨਾਲ ਇੱਥੇ k ਪਲੱਸ 1 ਦੀ ਪਾਵਰ 2 ਸੀ, ਇੱਕ k ਪਲੱਸ 1 ਬਾਹਰ ਚਲਾ ਗਿਆ, ਇੱਕ k ਪਲੱਸ 1 ਅੰਦਰ ਰਹਿ ਗਿਆ। ਹੁਣ ਇਹਨਾਂ ਨੂੰ ਐਡ ਕਰਨ ਵਾਸਤੇ ਸਾਨੂੰ ਐਲਸੀਐਮ ਲੈਣਾ ਪਏਗਾ, ਬਾਹਰ k ਪਲੱਸ 1 ਠੀਕ ਹੈ, ਅੰਦਰ ਐਲਸੀਐਮ ਲੈ ਲਓ 6 ਐਲਸੀਐਮ, ਇਹਨਾਂ ਨੂੰ ਮਲਟੀਪਲਾਈ ਵੀ ਕਰ ਦਿਓ 2k ਸਕੁਆਇਰ ਤੇ k ਦਾ 1 ਨਾਲ ਮਲਟੀਪਲੀਕੇਸ਼ਨ k, ਠੀਕ ਹੈ ਨਾ। ਇੱਥੇ 6 ਦਾ ਇਹਦੇ ਨਾਲ ਮਲਟੀਪਲਾਈ ਹੋ ਜਾਏਗਾ ਤਾਂ 6k ਪਲੱਸ 6, ਠੀਕ ਹੈ। ਤੇ ਹੋ ਗਿਆ k ਪਲੱਸ 1, ਇਹ ਹੋ ਗਿਆ ਹੁਣ 2k ਸਕੁਆਇਰ, k ਵਾਲੇ ਟਰਮ ਜੋੜਦੇ 7k ਹੋ ਜਾਣਗੇ ਪਲੱਸ 6 ਹੋ ਜਾਏਗਾ ਅਪੋਨ k ਹੋ ਜਾਏਗਾ। ਹੁਣ ਇਹਦੇ ਫੈਕਟਰ ਕਰ ਲਓ, ਉੱਪਰ ਤੁਹਾਡੇ ਕੋਲ ਇੱਕ ਕੁਆਡਰੇਟਿਕ ਐਕਸਪ੍ਰੈਸ਼ਨ ਆ ਗਈ, 2 ਘਾਤੀ ਤੁਹਾਡੇ ਕੋਲੇ ਐਕਸਪ੍ਰੈਸ਼ਨ ਆ ਗਿਆ, ਉਹਨੂੰ ਤੁਸੀਂ ਫੈਕਟਰ ਕਰਨੇ ਹੁਣ ਇਹਦੇ, ਫੈਕਟਰ ਕਰਕੇ ਆਪੇ ਆਨਸਰ ਆ ਜਾਏਗਾ। ਤਾਂ 6 ਦੂਣੀ 12 ਦੇ ਇਹੋ ਜਿਹੇ ਤੁਹਾਨੂੰ ਫੈਕਟਰ ਚਾਹੀਦੇ ਜਿਨ੍ਹਾਂ ਦਾ ਸਮ 7 ਹੋਵੇ, ਤਾਂ 3 ਤੇ 4 ਆ ਜਾਣ, ਤਾਂ ਉਹ ਹੀ ਅਸੀਂ ਇੱਥੇ ਲਿਖਣਾ ਆ। ਬਾਕੀ ਸਾਰੀ ਚੀਜ਼ ਉਸੇ ਤਰ੍ਹਾਂ ਚੱਲੀ ਜਾਣੀ, ਤਾਂ ਕੋਈ ਇਹ ਹੋ ਜਾਏਗਾ 2k ਸਕੁਆਇਰ, ਇਹ ਹੋ ਜਾਏਗਾ 4k ਤੇ 3k 7k ਦੇ 2 ਟੁਕੜੇ ਸਪਲਿਟਿੰਗ ਕਰਤੀ ਬਾਏ k, ਆ k ਨੂੰ ਵੀ ਭਾਵੇਂ ਬਾਹਰ ਕੱਢ ਲਓ ਹੁਣ ਤਾਂ, ਪਰ ਚਲੋ ਕੋਈ ਨਹੀਂ ਕਰ ਰਹੇ k ਨਹੀਂ 6 ਇੱਥੇ, ਤਾਂ 6 ਨੂੰ ਭਾਵੇਂ ਬਾਹਰ ਕੱਢ ਲਈਏ ਭਾਵੇਂ ਅੰਦਰ ਪੈਰਨ ਦੇ, ਕੋਈ ਫਰਕ ਨਹੀਂ ਪੈਂਦਾ। ਇਹਦੇ ਫੈਕਟਰ ਕਰੋ, ਹੁਣ ਇੱਥੇ ਆ ਗਿਆ 2k ਕਾਮਨ, ਪਹਿਲੇ ਦੋਵਾਂ 'ਚ 2k ਕਾਮਨ, ਇੱਥੇ ਬਚਿਆ k ਪਲੱਸ 2, ਫਿਰ ਇਹਨਾਂ ਦੋਵਾਂ 'ਚੋਂ 3 ਕਾਮਨ ਆ ਜਾਊਗਾ k ਪਲੱਸ 2 ਅਪੋਨ 6, ਇੱਧਰ ਹੀ ਲਿਖਦੇ ਹਾਂ ਅੱਗੇ k ਪਲੱਸ 1, ਇੱਧਰ k ਪਲੱਸ 2 ਕਾਮਨ ਹੈ ਦੋਵਾਂ, 2 ਪੈਕਟ k ਪਲੱਸ 2 ਕਾਮਨ ਕਰ ਲਓ, ਪਿੱਛੇ ਕੀ ਬਚਿਆ 2k ਪਲੱਸ 3 2k ਪਲੱਸ 3 ਅਪੋਨ 6 ਹੈ ਜੀ। ਦੇਖੋ ਸਾਨੂੰ ਆਹੀ ਰਿਜ਼ਲਟ ਚਾਹੀਦਾ ਸੀ, k ਪਲੱਸ 1 k ਪਲੱਸ 2 2k ਪਲੱਸ 3 ਬਾਈ 6 ਇਕੁਅਲ ਟੂ RHS ਆ ਗਿਆ, ਆਹੀ ਅਸੀਂ ਪ੍ਰੂਵ ਕਰਨਾ ਇਕੁਅਲ ਟੂ RH। ਇਹ ਆਉਣ ਤੋਂ ਬਾਅਦ ਹੁਣ ਕੀ ਹੋਇਆ, ਹੁਣ ਇਹ ਪ੍ਰੂਵ ਹੋ ਗਿਆ ਵੀ pk ਪਲੱਸ 1 ਇਜ਼ ਟਰੂ, ਆਹੀ ਪ੍ਰੂਵ ਕਰਨ ਨੂੰ ਕਿਹਾ ਸੀ ਸਾਨੂੰ। ਹੁਣ pk ਪਲੱਸ 1 ਟਰੂ ਹੈ ਤਾਂ pn ਵੀ ਟਰੂ ਹੋਏਗਾ। ਫਿਰ ਜਿਹੜੀ ਸਾਡੀ ਸ਼ੁਰੂ 'ਚ ਸਵਾਲ ਸੀ pn ਇਜ਼ ਟਰੂ, ਜੋ ਸਵਾਲ ਦੇ ਵਿੱਚ ਲਿਖਿਆ ਸੀ ਉਹੀ ਲਿਖ ਦੇਣਾ। ਉਹਨੇ ਲਿਖਿਆ ਸੀ p ਪ੍ਰੂਵ ਕਰੋ ਫॉर ऑल n greater than equal to 1 prove that this equals to 0, ਤਾਂ ऐसे लिख देंगे pn is true for all n greater than equal to, बस हो गया सवाल। सो ये जो थर्ड स्टैप है थोड़ा जिहा इहनूं ख्याल नाल करना है। ਇਹਦੇ 'ਚ ਪਹਿਲਾਂ ਤਾਂ ਰਿਜ਼ਲਟ ਦਾ ਯੂਜ਼ ਹੋਏਗਾ ਹਰ ਵਾਰੀ, ਜਿਹੜਾ ਅਸੀਂ ਉੱਤੇ ਰਿਜ਼ਲਟ 1 ਬਣਾ ਕੇ ਆਏ ਹਾਂ ਸਟੈਪ 2 ਦੇ ਵਿੱਚ, ਇਹਦਾ ਹਰ ਵਾਰੀ ਯੂਜ਼ ਹੋਣਾ ਹੀ ਹੋਣਾ, ਕਿਉਂਕਿ ਇਹਦੀ ਥਾਂ ਤੇ ਅਸੀਂ ਉਹ ਰਿਜ਼ਲਟ ਲਿਖਾਂਗੇ, ਠੀਕ ਹੈ। ਜੋ ਬਚ ਗਿਆ ਉਹਨੂੰ ਫਿਰ ਅਸੀਂ ਸੋਲਵ ਕਰਨਾ। ਸੋਲਵ ਕਰਨ ਦਾ ਮੈਥਡ ਇਹ ਡਿਫਰੈਂਟ ਹੁੰਦਾ ਹਰ ਇੱਕ ਸਵਾਲ ਦੇ ਵਿੱਚ, ਕਿਤੇ ਕਿਵੇਂ ਕਿਤੇ ਕਿਵੇਂ। ਜਿੱਥੇ ਪਹਿਲਾਂ ਦੇਖ ਲਿਆ ਕਰੋ ਕੁਝ ਕਾਮਨ ਨਿਕਲਦਾ ਤਾਂ ਕਾਮਨ ਕੱਢ ਦਿਓ, ਕਾਮਨ ਕੱਢਣ ਤੋਂ ਬਾਅਦ ਫਿਰ ਉਹਨੂੰ ਸੋਲਵ ਕਰੋ ਹੋਰ ਤਰੀਕੇ ਨਾਲ, ਤਾਂ ਉਹਦੇ ਨਾਲ ਜੋ ਵੀ ਆਨਸਰ ਆਊਗਾ ਤਕਰੀਬਨ ਉਹ ਆਨਸਰ ਆ ਜਾਂਦਾ ਹੁੰਦਾ। 5-7 ਕੁਐਸਚਨ ਜਦੋਂ ਅਸੀਂ ਇਹਦੇ ਨਾਲ ਦੇ ਕਰਾਂਗੇ ਤਾਂ ਸਾਨੂੰ ਜਾ ਕੇ ਇਹਦੀ ਥੋੜ੍ਹੀ ਜਿਹੀ ਕਲੈਰਿਟੀ ਆਏਗੀ।
ਨੈਕਸਟ ਆ ਸਾਡੇ ਕੋਲ ਐਗਜ਼ਾਮਪਲ 3 ਇਹ ਚਾਹ ਚੀਜ਼ ਪ੍ਰੂਵ ਕਰਨੀ ਹੈ ਇਹਨੂੰ ਅਸੀਂ ਪੀ ਐਨ ਲੈ ਲੈਣਾ ਲੈਟ ਕਰਦੇ ਹਾਂ ਅਸੀਂ ਲੈਟ ਪੀ ਐਨ ਕੀ ਹੈ 1 upon 1.1.2 नहीं हैगा है 1 into 1 गुणा 1 into 2 है आएगा 2 into 3 ये डेसिमल नहीं समझना इनू ये मल्टीप्लाई है ठीक है ना अप टू n plus 1 इक्वल्स टू यदि वैल्यू आनी चाहिए है n upon n plus 1 तो सब तो पहले उसी तरह स्टैप वाइज चलते हैं स्टैप 1 टू प्रूव P1 इज ट्रू प्रूव करना है P1 ट्रू है तो Pn असं लिखा है P1 ट्रू प्रूव करने की दस्या से तुम लैफ्ट हैंड साइड ते एक टर्म ले लेना तो राइट हैंड साइड ते n की थां ते 1 कर देना आ प्रूव करना तो देखो इधर 1 upon 1 into 2 कितना होंगे 2 ही होंगे ठीक है आ 1 upon 1 plus 1 कितना होंगे ये भी 2 ही तो 1/2 टू इक्वल्स टू 1/2 आ गया ट्रू हो गया ट्रू होने का मतलब की होया P1 इज ट्रू पहला स्टेप हो गया हुण आ जाओ स्टेप 2 स्टेप 2 की दस्या सी लेट Pk is true यानी 1 upon 1 into 2 1 upon 3 into 4 sorry 1 into 2 into 3 है 1 upon 2 into 3 plus 1 upon 3 into 4 and so on चलते चलते 1 upon k into k plus 1 हो जाएगा इक्वल्स टू राइट हैंड साइड पे भी n की जगह पे सी के पुट कर देंगे ये हो जाएगा k upon k plus 1 उत्थे n upon n plus 1 सीगा k upon k plus 1 इत्थे भी k इत्थे जिथे n सी k आ जाएगा बाकी सारा आप सकाले ही काम होंगे ये साडा हो गया रिजल्ट 1 इनमें से यूज करना है नेक्स्ट होना स्टेप 3 प्रूव करना है इसमें ये प्रूव करना है टू प्रूव P k plus 1 is true तो k plus 1 के में ट्रू प्रूव होएगा 1 upon 1 plus यानी की प्रूव करना सी ख्याल कर लो 1 upon 2 into 3 1 upon 3 into 4 ते k मा टर्म सीगा kth टर्म की सीगा ऊपर लिखा हुआ है k into k plus 1 ਤੇ ਤੁਹਾਨੂੰ ਦੱਸਿਆ ਸੀ ਨੈਕਸਟ ਟਰਮ ਇਸ ਤੋਂ ਆ ਤਾਂ ਹੋ ਗਏ k ਟਰਮਸ ਆ ਵਾਲੇ ਉੱਪਰ ਜਿਹੜੇ ਫਸਟ ਐਗਜ਼ਾਮਪਲ ਸੌਰੀ ਫਸਟ ਰਿਜ਼ਲਟ ਦੇ ਵਿੱਚ ਇਹ k ਰਿਜ਼ਲਟ ਟਰਮ ਹੋ ਗਏ ਤੋਂ ਇਦੋਂ ਗਾਂ ਵਾਲਾ ਟਰਮ ਕੀ ਆਏਗਾ ਜਿੱਥੇ k ਉੱਥੇ k plus 1 ਕਰ ਦਿਓ ਬਸ ਆਪੇ ਹੀ ਹੋ ਜਾਊਗਾ ਤਾਂ k ਦੀ ਥਾਂ ਤੇ k plus 1 ਕਰਿਆ ਹੋ ਜਾਏਗਾ ਇਸ ਤਰ੍ਹਾਂ ਇਹਦੇ ਚ k ਦੀ ਥਾਂ ਤੇ k plus 1 ਲਿਖਾਂਗੇ ਤਾਂ k plus 1 ਕੀ ਹੋ ਜਾਏਗਾ k plus 2 ਹੋ ਜਾਏਗਾ ਤਾਂ ਆ ਜਾਊਗਾ ਇਕੁਅਲ ਟੂ ਇੱਧਰ ਰਾਈਟ ਹੈਂਡ ਸਾਈਡ ਤੇ ਵੀ ਇਸੇ ਤਰ੍ਹਾਂ k ਦੀ ਥਾਂ ਤੇ k plus 1 ਜਿੱਥੇ ਜਿੱਥੇ k ਹੈ ਹੇਠਾਂ ਵੀ k plus 1 k plus 2 ਹੋ ਜਾਏਗਾ ਆਹ ਚੀਜ਼ ਅਸੀਂ ਪ੍ਰੂਵ ਕਰਨੀ ਹੈ ਠੀਕ ਹੈ ਹੁਣ ਇਹਦੀ ਲੈਫਟ ਹੈਂਡ ਸਾਈਡ ਲੈ ਕੇ ਚੱਲਦੇ ਹਾਂ ਲੈਫਟ ਹੈਂਡ ਸਾਈਡ ਹੈ ਦੀ 1 upon 1 2 1 upon 2 3 1 upon 3 4 and 1 upon k into k plus 1 plus 1 upon k plus 1 k plus 2 ਇੱਥੇ ਲੈਫਟ ਹੈਂਡ ਸਾਈਡ ਲਿਖ ਰਹੇ ਹਾਂ ਬੇਟੇ ਵਾਰੀ ਵਾਰੀ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਤੁਸੀਂ ਜਦੋਂ ਕੁਐਸਚਨ ਕਰਦੇ ਹੋ ਮਿਸਟੇਕ ਨਾ ਸਾਰੀ ਸਟੇਟਮੈਂਟ ਦੁਆਰਾ ਲਿਖੀ ਜਾਂਦੇ ਸਾਰਾ ਸਟੇਟਮੈਂਟ ਨਹੀਂ ਆ ਤਾਂ ਸਾਡਾ ਰਿਜ਼ਲਟ ਆਨਸਰ ਹੋਣਾ ਚਾਹੀਦਾ ਆ ਸਮਝ ਲਓ ਕੁਐਸਚਨ ਆ ਸਾਡਾ ਆਨਸਰ ਤਾਂ ਲੈਫਟ ਹੈਂਡ ਸਾਈਡ ਅਸੀਂ ਲੈ ਕੇ ਸ਼ੁਰੂ ਕਰਾਂਗੇ ਰਾਈਟ ਹੈਂਡ ਸਾਈਡ ਦੇ ਇਕੁਅਲ ਪ੍ਰੂਵ ਕਰਾਂਗੇ ਹੁਣ ਇਹਦੇ ਚ ਐਨ ਪੋਰਸ਼ਨ ਦੀ ਸਾਨੂੰ ਵੈਲਿਊ ਪਤਾ 1 ਦੇ ਵਿੱਚ ਲਿਖੀ ਹੋਈ ਹੈ ਕਿੰਨੀ ਉਹ k upon k plus 1 वही है प्लस 1 upon k plus 1 k plus 2 आ चीज़ बची सी नाल लिखी हुई ठीक है ना ਹੁਣ देखो बटे च k plus 1 कॉमन आ रहा है यानी 1 upon k plus 1 कॉमन आ रहा है
ਉੱਪਰੋਂ ਕੁਝ ਨਹੀਂ ਕਾਮਨ, ਉੱਪਰ 1 ਹੀ ਆ ਰਿਹਾ ਕੁਝ। ਹੋ ਗਿਆ ਆਪਣਾ ਤਾਂ ਕਿ 1 k plus 1 ਕਾਮਨ ਲੈ ਲਿਆ, ਤਾਂ ਇੱਥੇ ਕੀ ਬਚਿਆ, ਇਕੱਲਾ ਹੀ k ਬਚਿਆ, ਹੇਠੋਂ k plus 1 ਬਾਹਰ ਚਲਾ ਗਿਆ। ਇਹਦੇ ਚੋਂ ਵੀ k plus 1 ਬਾਹਰ ਚਲਾ ਗਿਆ, ਤਾਂ ਕੀ ਬਚਿਆ 1 upon k plus 2 ਬਚਿਆ। ਠੀਕ ਹੈ ਜੀ। ਹੁਣ ਅਸੀਂ, ਤੁਹਾਨੂੰ ਪਤਾ ਹੀ ਹੈ ਵੀ ਜਦੋਂ ਇਸ ਤਰ੍ਹਾਂ ਜੇ ਤਾਂ ਐਲਸੀਐਮ ਲੈਣਾ, ਬਾਹਰ ਤਾਂ ਜਿਹੜਾ ਆਏਗਾ ਠੀਕ ਹੈ ਪਿਆਰ 1 upon k plus 1, ਅੰਦਰ ਐਲਸੀਐਮ ਲੈ ਲਓ k plus 2, k plus 2 ਐਲਸੀਐਮ ਆ ਜਾਊਗਾ, ਇਹਦੇ ਨਾਲ ਮਲਟੀਪਲਾਈ ਹੋਊਗਾ k into k plus 2 ਤੇ ਫਿਰ ਆ ਜਾਊਗਾ +1, ਆ k ਨਾਲ ਮਲਟੀਪਲਾਈ ਹੋਊਗਾ +1। ਨੈਕਸਟ ਇਕੁਅਲ ਟੂ ਕੀ ਆ ਜਾਏਗਾ 1 upon k plus 1 ਹੈਗਾ ਹੀ ਹੈ, ਤੇ ਉੱਪਰ ਦੇਖੋ ਇਹ ਆ ਜਾਊਗਾ k square plus 2k plus 1 upon k plus 2। ਠੀਕ ਹੈ। ਇਕੁਅਲ ਹੁਣ ਇਹਦੇ ਫੈਕਟਰ ਕਰ ਲਓਗੇ ਤਾਂ ਵੀ ਠੀਕ ਹੈ, ਨਹੀਂ ਤਾਂ ਤੁਹਾਨੂੰ ਸਿੱਧਾ ਵੀ ਯਾਦ ਹੋਣੀ ਚਾਹੀਦੀ ਹੈ a square plus 2ab plus b square ਕਾਹਦੇ ਇਕੁਅਲ ਹੁੰਦਾ, a plus b whole square ਦੇ ਇਕੁਅਲ ਹੁੰਦਾ। ਠੀਕ ਹੈ ਕਿ ਤਾਂ ਆ a square ਆ 2 into k into 1 ਕੀ ਹੈ, ਤੇ ਆ b square ਹੈ। ਠੀਕ ਹੈ ਕਿ ਨਹੀਂ, ਤਾਂ a plus b ਦਾ ਹੋਲ ਸਕੁਅਰ ਵੀ ਲਿਖ ਸਕਦੇ ਸਿੱਧਾ। ਜੇ ਫੈਕਟਰ ਕਰਕੇ ਲਿਖਣਾ, ਫੈਕਟਰ ਕਰਕੇ ਵੀ ਤੁਸੀਂ ਕਰ ਸਕਦੇ ਹੋ, ਜਿਵੇਂ ਮਰਜ਼ੀ ਤੁਹਾਨੂੰ ਜਿਵੇਂ ਮੌਕੇ ਤੇ ਯਾਦ ਆ ਜੇ ਉਹੀ ਵਧੀਆ ਹੁੰਦਾ। ਤਾਂ ਇਹ ਹੋ ਜਾਊਗਾ k plus 1 ਦਾ ਸਕੁਆਇਰ upon k plus 2। ਤਾਂ k plus 1 ਸੀਗਾ, ਇੱਧਰ k plus 1 ਦੀ ਪਾਵਰ 2 ਸੀ, ਇੱਕ ਕੱਟੇਗੀ, ਕੀ ਰਹਿ ਗਿਆ ਫਿਰ ਸਾਡੇ ਕੋਲ k plus 1 divided by k plus 2 equal to RHS ਆ ਗਿਆ। ਇਹੀ ਪ੍ਰੂਵ ਕਰਨਾ ਸੀ ਅਸੀਂ, equal to RHS। ਦੇਖੋ ਆਈ ਪ੍ਰੂਵ ਕਰਨਾ k plus 1 upon k